Good morning, students. Once again, welcome to my YouTube channel. In this session, we are discuss about to the second lesson of to the accountancy, basic accounting terms, part second. This lesson for class 11th, CBSE, Punjab Board and other boards. In this session, I am discuss about to the what is the uses of to the accountancy and what is the basic terms related to the accountancy. Now I will start this session. First is shareholder equities, ਜਿਹੜਾ ਹੀ ਪ੍ਰੀਵੀਅਸ ਵੀਡੀਓ ਦੇ ਵਿੱਚ ਰਹਿ ਗਿਆ ਸੀ ਤੇ ਜਿਹੜੇ ਬੱਚਿਆਂ ਨੇ ਮੇਰੀ ਪ੍ਰੀਵੀਅਸ ਵੀਡੀਓ ਨਹੀਂ ਦੇਖੀ ਮੈਂ ਉਹਦਾ ਲਿੰਕ ਵੀ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦਾਂਗਾ ਤਾਂ ਤੁਸੀਂ ਉਹਦੇ ਵਿੱਚੋਂ ਦੇਖ ਸਕਦੇ ਹੋ ਤੇ ਉਹਨੂੰ ਦੁਬਾਰਾ ਤੋਂ ਰਿਵਾਈਜ਼ ਕਰ ਸਕਦੇ ਹੋ। ਹਮੇਸ਼ਾ ਯਾਦ ਰੱਖਣਾ ਵੀ ਜਿਹੜੇ ਬੱਚੇ ਮੇਰੀ ਸੈਕੰਡ ਪਾਰਟ ਦੀ ਵੀਡੀਓ ਦੇਖ ਰਹੇ ਨੇ ਪਲੀਜ਼ ਉਹ ਫਸਟ ਪਾਰਟ ਦਾ ਵੀਡੀਓ ਜ਼ਰੂਰ ਦੇਖਣ ਕਿਉਂਕਿ ਉਹਨਾਂ ਨੂੰ ਉੱਥੋਂ ਹੀ ਇਹ ਚੀਜ਼ਾਂ ਸਾਰੀਆਂ ਕਲੀਅਰ ਹੋਣਗੀਆਂ। ਹੁਣ ਅਸੀਂ ਗੱਲ ਕਰਦੇ ਹਾਂ ਸ਼ੇਅਰ ਹੋਲਡਰ ਇਕੁਇਟੀਜ਼। Shareholders equity also refers to as to the shareholders equity and the stockholders equity is the incorporation's owner's renewal claim after debts has been paid. The equity is equal to the firm's total assets minus its total liability. ਹੁਣ ਇਕੁਇਟੀ ਕੀ ਹੁੰਦੇ ਆ? ਇਕੁਇਟੀ ਨੂੰ ਅਸੀਂ ਕਹਿੰਦੇ ਆ ਓਨਰ ਮੰਨਿਆ ਜਾਂਦਾ ਉਸ ਕੰਪਨੀ ਦਾ ਵੀ ਜਿਹੜਾ ਬੰਦਾ ਅਸਲ ਦੇ ਵਿੱਚ ਉਹਨਾਂ ਦੇ ਪੈਸੇ ਲਾਏ ਜਾਂਦੇ ਹੁੰਦੇ ਆ, ਚਾਹੇ ਉਹ 1 ਸ਼ੇਅਰ ਲਵੇ ਚਾਹੇ 10 ਸ਼ੇਅਰ ਲਵੇ ਤਾਂ ਉਹ ਓਨਰ ਬਣ ਜਾਂਦੇ ਆ ਉਸ ਕੰਪਨੀ ਦੇ। ਉਹਨਾਂ ਨੂੰ ਜਿਹੜਾ ਪੈਸਾ ਮਿਲਦਾ ਉਹ ਕਦੋਂ ਮਿਲਦਾ? ਜਦੋਂ ਅਸੀਂ ਸਾਰੇ ਲੋਕਾਂ ਨੂੰ ਜਿਨ੍ਹਾਂ ਨੂੰ ਪੈਸੇ ਅਸੀਂ ਦੇਣੇ ਸੀ ਉਹਨਾਂ ਨੂੰ ਦੇ ਦਿੱਤਾ ਜਾਂਦਾ, ਬਾਅਦ ਵਿੱਚ ਇਹਨਾਂ ਨੂੰ ਜਿਹੜਾ ਪੈਸਾ ਬਚਦਾ ਵਾ ਉਹ ਓਨਰਸ ਨੂੰ ਮਿਲਦਾ ਵਾ ਐਜ਼ ਏ ਡਿਵੀਡੈਂਟ ਜਾਂ ਤੁਸੀਂ ਕਹਿ ਦਿਓ ਵੀ ਐਜ਼ ਏ ਇੰਟਰਸਟ ਰੂਪ ਦੇ ਵਿੱਚ। ਜੇਕਰ ਇਹਨੂੰ ਕੈਲਕੂਲੇਟ ਕਰਨਾ ਤਾਂ ਇਹ ਕਿਵੇਂ ਕੈਲਕੂਲੇਟ ਹੁੰਦੀ ਆ ਵੀ ਜਿਹੜੀ ਸਾਡੀ ਟੋਟਲ ਐਸਡ ਹੋਏਗੀ ਉਹਦੇ ਵਿੱਚੋਂ ਮਾਈਨਸ ਕਰ ਦਿਓ ਟੋਟਲ ਲਾਈਬਿਲਿਟੀ, ਜਿਹੜਾ ਬਚ ਗਿਆ ਉਹ ਸਾਰਾ ਕੀ ਆ? ਇਕੁਇਟੀ ਸ਼ੇਅਰ ਹੋਲਡਰ ਫੰਡ ਹੋਏਗਾ। ਇਹ ਯਾਦ ਰੱਖਣਾ ਵੀ ਇਹ ਕੀ ਹੋਏਗਾ ਸਾਡੀ ਐਸਡ ਲਾਈਬਿਲਿਟੀ ਸਾਈਡ ਇਹ ਸ਼ੋ ਹੁੰਦਾ ਵਾ। ਹੁਣ ਅਸੀਂ ਟਰਮੀਨੋਲੋਜੀ ਦੇ ਵਿੱਚ ਕੀ ਚੀਜ਼ਾਂ ਪੜ੍ਹਨੀਆਂ ਨੇ ਵੀ ਜਿਵੇਂ ਆਡਿਟ ਪੜ੍ਹਾਂਗੇ, ਅਕਾਊਂਟ ਰਿਸੀਵੇਬਲ, ਫਿਕਸਡ ਐਸਡ, ਰੈਵਨਿਊ, ਡੈਬਿਟ, ਕ੍ਰੈਡਿਟ, ਨੈਟ ਇਨਕਮ ਸਟੇਟਮੈਂਟ, ਲਾਈਬਿਲਿਟੀ, ਲੈਜ਼ਰਸ, ਐਕਸਪੈਂਸ, ਕਰੰਟ ਐਸਡ, ਇਕੁਇਟੀਜ਼, ਬੈਲੈਂਸ ਸ਼ੀਟ, ਬਿਲ ਪੇਬਲ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਟਰਮੀਨੋਲੋਜੀਜ਼ ਨੇ ਉਹ ਅਸੀਂ ਇਸੇ ਵੀਡੀਓ ਦੇ ਵਿੱਚ ਸਟਾਰਟ ਕਰ ਲੈਣੇ ਆ ਅਤੇ ਹੌਲੀ ਹੌਲੀ ਇਹਦੇ ਪਾਰਟਸ ਨੂੰ ਰਿਵਾਈਜ਼ 'ਤੇ ਪੜ੍ਹਾਂਗੇ। ਨੈਕਸਟ ਹੈਗਾ ਸਾਡੀ ਅਕਾਊਂਟਿੰਗ ਟਰਮੀਨੋਲੋਜੀ ਦੇ ਵਿੱਚ ਆ। ਫਸਟ ਹੈਗਾ ਓਨਰ। ਓਨਰ ਕਿਹੜਾ ਹੁੰਦਾ? ਅ ਪਰਸਨਸ ਓਨਰ ਇਜ਼ ਅ ਲੀਗਲੀ ਪ੍ਰੋਪਰਾਈਟਰ ਆਫ ਦੀ ਬਿਜ਼ਨਸ ਐਂਡ ਟੂ ਦੀ ਇੰਡੀਵਿਜੂਅਲ ਔਰ ਅ ਗਰੁੱਪ ਦੈਟ ਓਨਸ ਟੂ ਦੀ ਐਸਟਸ ਐਂਡ ਫਰਮਸ ਔਰ ਐਂਡ ਅ ਪ੍ਰੋਫਿਟ ਆਫ ਦੈਮ। ਕਹਿੰਦਾ ਓਨਰ ਕਿਹੜਾ ਹੁੰਦਾ? ਉਹ ਬੰਦਾ ਹੁੰਦਾ ਜਿਹੜਾ ਕਿ ਇਸ ਬਿਜ਼ਨਸ ਦੇ ਉੱਤੇ ਉਹਦਾ ਲੀਗਲੀ ਅਧਿਕਾਰ ਹੁੰਦਾ ਵਾ ਅਤੇ ਉਹਦਾ ਸਾਰੀਆਂ ਜਿੰਨੀਆਂ ਵੀ ਉਹਦੀਆਂ ਐਸਟਸ ਹੁੰਦੀਆਂ ਨੇ ਅਤੇ ਉਹਦੇ ਪ੍ਰੋਫਿਟ ਹੁੰਦੇ ਆ ਉਹਨਾਂ ਉੱਤੇ ਉਹ ਕਲੇਮ ਕਰਦਾ ਵਾ ਅਤੇ ਉਹ ਬੰਦਾ ਕੀ ਬਣ ਜਾਂਦਾ? ਓਨਰ। ਓਨਰ ਤੁਹਾਨੂੰ ਪਤਾ ਹੀ ਹੋਏਗਾ ਮਾਲਕ ਵੀ, ਚਾਹੇ ਮੈਂ ਇੱਕ ਸ਼ਾਪ ਚਲਾ ਰਿਹਾ ਹਾਂ ਚਾਹੇ ਇੱਕ ਫਰਮ ਚਲਾ ਰਿਹਾ ਹੁੰਦਾ, ਉਹ ਬੰਦਾ ਲੀਗਲੀ ਉਸ ਫਰਮ ਨੂੰ ਰਜਿਸਟਰ ਜਾਂ ਤੁਸੀਂ ਕਹਿ ਦਿਓ ਵੀ ਉਹ ਜਿਹੜਾ ਬਿਜ਼ਨਸ ਹੁੰਦਾ ਉਹ ਚਲਾ ਰਿਹਾ ਹੁੰਦਾ ਅਤੇ ਉਹ ਸਾਰੀ ਰਿਸਪੋਂਸੀਬਿਲਿਟੀ ਉਹਦੀ ਹੁੰਦੀ ਆ ਵੀ ਉਹ ਟੈਕਸ ਪੇ ਕਰੇ ਜਾਂ ਉਹ ਗੌਰਮੈਂਟ ਦੇ ਨਾਲ ਵੀ ਕੋਆਪਰੇਟ ਉਹਨੇ ਹੀ ਕਰਨਾ ਹੁੰਦਾ ਵਾ। ਨੈਕਸਟ ਹੈਗਾ ਵਾ ਕੈਪੀਟਲ। ਕੈਪੀਟਲ ਕੀ ਹੁੰਦੀ ਹੈ? ਕੈਪੀਟਲ ਇਜ਼ ਅ ਮਨੀ ਔਰ ਅ ਵਰਕ ਨੀਡਡ ਟੂ ਦੀ ਪ੍ਰੋਡਿਊਸ ਗੁਡਸ ਐਂਡ ਸਰਵਿਸਿਜ਼ ਇਨ ਦੀ ਮੋਸਟ ਆਫ ਦੀ ਬੇਸਿਕ ਟਰਮ ਇਟ ਇਜ਼ ਅ ਮਨੀ। ਵੀ ਜੇਕਰ ਕੈਪੀਟਲ ਦੀ ਗੱਲ ਕਰੀਏ, ਕੈਪੀਟਲ ਕੀ ਹੁੰਦੀ ਆ? ਉਹ ਇੱਕ ਤਰ੍ਹਾਂ ਦਾ ਪੈਸਾ ਹੁੰਦਾ ਜਿਹੜਾ ਕਿ ਅਸੀਂ ਇੱਕ ਬਿਜ਼ਨਸ ਸ਼ੁਰੂ ਕਰਨ ਦੇ ਲਈ ਲਗਾਇਆ ਜਾਂਦਾ ਵਾ। ਇਹਦੇ ਵਿੱਚ ਸਾਨੂੰ ਕੀ ਆ? ਆਲ ਬਿਜ਼ਨਸਿਸ ਮਸਟ ਹੈਜ਼ ਟੂ ਬੀ ਅ ਕੈਪੀਟਲ ਇਨ ਦੀ ਆਰਡਰ ਟੂ ਪਰਚੇਜ਼ ਐਸਟਸ ਮੇਨਟੇਨ ਦੇਅਰ ਆਪਰੇਸ਼ਨਸ। ਵੀ ਇਹਦੇ ਵਿੱਚ ਜ਼ਿਆਦਾਤਰ ਕੀ ਕੀਤਾ ਜਾਂਦਾ ਵੀ ਜਿਹੜੇ ਬਿਜ਼ਨਸਿਸ ਨੇ, ਬਿਜ਼ਨਸਮੈਨ ਨੇ, ਉਹ ਕੈਪੀਟਲ ਲਾਇਆ ਜਾਂਦਾ ਵਾ ਉਹਦੇ ਵਿੱਚ ਬਿਜ਼ਨਸ ਦੇ ਵਿੱਚ ਤਾਂ ਉਹ ਕੀ ਆ? ਨਵੀਂ ਐਸਟਸ ਖਰੀਦ ਸਕਣ। ਨਵੀਂ ਐਸਟ ਦਾ ਮਤਲਬ ਕਿ ਜਿਵੇਂ ਲੈਂਡ ਖਰੀਦ ਲੈਣੀ ਆ, ਬਿਲਡਿੰਗ ਖਰੀਦਣੀ ਆ ਜਾਂ ਉਹਨਾਂ ਨੇ ਕੋਈ ਮਸ਼ੀਨਰੀ ਖਰੀਦਣੀ ਆ ਤਾਂ ਇਹ ਸਾਰੀਆਂ ਚੀਜ਼ਾਂ ਉਹਦੀਆਂ ਕੀ ਬਣ ਜਾਂਦੀਆਂ? ਐਸਟ ਬਣ ਜਾਂਦੀਆਂ ਨੇ। ਅਤੇ ਹੋਰ ਵੀ ਜਿਹੜੇ ਕੰਮ ਕਰਨੇ ਹੁੰਦੇ ਜਿਵੇਂ ਲੋਕਾਂ ਨੂੰ ਸੈਲਰੀਜ਼ ਦੇਣੀਆਂ ਜਾਂ ਜਿਹੜੇ ਸਾਡੇ ਜਿਨ੍ਹਾਂ ਨੂੰ ਪੈਸੇ ਪੇ ਕਰਨੇ ਹੁੰਦੇ ਆ ਤਾਂ ਉਹਨਾਂ ਨੂੰ ਪੇ ਕਰਨਾ, ਇਹ ਸਾਰੀਆਂ ਚੀਜ਼ਾਂ ਕਿਹਦੇ ਨਾਲ ਕੀਤੀਆਂ ਜਾਂਦੀਆਂ? ਕੈਪੀਟਲ ਦੁਆਰਾ ਕੀਤੀਆਂ ਜਾਂਦੀਆਂ ਨੇ। ਕੋਈ ਵੀ ਬਿਜ਼ਨਸ ਸੈਟਅਪ ਕਰਨ ਤੋਂ ਪਹਿਲਾਂ ਹਮੇਸ਼ਾ ਉਸ ਦੀ ਬੈਲੈਂਸ ਸ਼ੀਟ ਦੇ ਵਿੱਚ ਕੈਪੀਟਲ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਇਹਦੇ +2 ਦੇ ਵਿੱਚ 2 ਪਾਰਟੀਕੂਲਰ ਚੈਪਟਰ ਬਣਦੇ ਨੇ ਕੈਪੀਟਲ ਦੇ, ਤਾਂ ਇਸ ਕਰਕੇ ਸਾਨੂੰ ਇਹ ਕੈਪੀਟਲ ਨੂੰ ਵੀ ਸਮਝਣਾ ਪੈਣਾ ਵਾ। ਨੈਕਸਟ ਹੈਗਾ ਵੀ ਇਹ ਕੀ ਆ? 2 ਤਰ੍ਹਾਂ ਦੇ ਫਾਰਮਸ ਹੁੰਦੀ ਹੈ ਕੈਪੀਟਲ ਅਸੀਂ ਕਿਵੇਂ ਲੈ ਕੇ ਆ ਸਕਦੇ ਹਾਂ। ਇੱਕ ਤਾਂ ਹੁੰਦੀ ਹੈ ਡੈਟ ਦੇ ਰੂਪ ਦੇ ਵਿੱਚ, ਵੀ ਉਧਾਰ ਲੈ ਆਈਏ, ਲੋਨ ਕਰਵਾ ਲਈਏ ਬੈਂਕਸ ਤੋਂ, ਵੀ ਮੇਰੇ ਕੋਲ ਪੈਸਾ ਹੈ ਨਹੀਂ ਵੀ ਬੈਂਕ ਤੋਂ ਲੋਨ ਕਰਵਾ ਲੈਂਦੇ ਹਾਂ ਬਿਲਡਿੰਗ ਦੇ ਉੱਤੇ ਜਾਂ ਕਾਰ ਦੇ ਉੱਤੇ। ਨੈਕਸਟ ਹੈਗਾ ਇਕੁਇਟੀ, ਵੀ ਜਾਣੀ ਕਿ ਅਸੀਂ ਕੀ ਆ? ਲੋਕਾਂ ਤੋਂ ਪੈਸਾ ਮੰਗਾ ਲੈਂਦੇ ਹਾਂ, ਸ਼ੇਅਰ ਇਸ਼ੂ ਕਰ ਦਿੰਦੇ ਨੇ ਆਪਣੀ ਕੰਪਨੀ ਦੇ, ਜਾਣੀ ਕਿ ਅੱਧੀ ਆਪਣੀ ਕੰਪਨੀ ਸੇਲ ਕਰਨ ਲੈ ਜਾਂਦੇ ਹਾਂ ਦੂਜਿਆਂ ਨੂੰ ਅਤੇ ਉਹ ਬੰਦੇ ਉਹਦੇ ਵਿੱਚ ਪੈਸਾ ਲਾ ਦਿੰਦੇ ਆ ਉਹ ਕੰਪਨੀ ਨੂੰ ਖਰੀਦਣ ਦੇ ਬੰਦੇ। ਤਾਂ ਇਸ ਤਰੀਕੇ ਨਾਲ ਕੈਪੀਟਲ ਜਿਹੜੀ ਹੁੰਦੀ ਆ ਉਹ ਲੈ ਕੇ ਆਈ ਜਾਂਦੀ ਆ। ਥਰਡ ਵਨ ਹੈਗੀ ਡਰਾਇੰਗ। ਸਭ ਤੋਂ ਇੰਪੋਰਟੈਂਟ ਚੀਜ਼ ਆ ਡਰਾਇੰਗ। ਕੀ ਹੁੰਦੀ ਆ ਡਰਾਇੰਗ? ਇਹ ਨਹੀਂ ਹੈਗੀ ਵੀ ਜਿਹੜਾ ਅਸੀਂ ਪੇਂਟਿੰਗ ਕਰ ਦਿੰਦੇ ਹਾਂ ਉਹ ਡਰਾਇੰਗ ਨਹੀਂ। ਅਕਾਊਂਟਿੰਗ ਟਰਮਸ ਦੇ ਵਿੱਚ ਜਿਹੜਾ ਡਰਾਇੰਗ ਕੀ ਹੁੰਦੀ ਆ? ਉਹ ਚੀਜ਼ ਹੁੰਦੀ ਆ ਵੀ ਅਸੀਂ ਕੋਈ ਕੈਸ਼ ਵਿਡਰੋ ਕਰਾਵੇ ਓਨਰ ਬਿਜ਼ਨਸ ਦੇ ਵਿੱਚੋਂ। ਹੁਣ ਤੁਹਾਨੂੰ ਇੱਕ ਗੱਲ ਹੋਰ ਮਾਈਂਡ ਦੇ ਵਿੱਚ ਰੱਖਣੀ ਪੈਣੀ ਆ ਕਿ ਇੱਕ ਕੰਪਨੀ
ਤੇ ਉਹਦਾ ਓਨਰ, ਦੋ ਡਿਫਰੈਂਟ ਪਰਸਨ ਹੁੰਦੇ ਆ। ਜੇਕਰ ਤੁਸੀਂ ਕਦੀ ਧਿਆਨ ਦੇਵੋ, ਅਸੀਂ ਕੋਈ ਵੀ ਵੱਡੇ ਬਿਜ਼ਨਸ ਦੇ ਵਿੱਚ ਜਾਂਦੇ ਹਾਂ, ਈਵਨ ਤੁਸੀਂ ਜਿਹੜੇ ਵੀ ਸਕੂਲ ਦੇ ਵਿੱਚ ਟੀਚ ਕਰਦੇ ਹੋ ਜਾਂ ਤੁਸੀਂ ਕਿਸੇ ਵੀ ਸਕੂਲ ਦੇ ਵਿੱਚ ਕੀ ਆ ਪੜ੍ਹ ਰਹੇ ਹੋ, ਤਾਂ ਉਹਦੇ ਵਿੱਚ ਤੁਸੀਂ ਦੇਖੋਗੇ ਵੀ ਜਿੱਥੇ ਵੀ ਕਦੀ ਸਕੂਲ ਦੀ ਗੱਲ ਆਉਂਦੀ ਆ ਤਾਂ ਉੱਥੇ ਸਕੂਲ ਦੀ ਇੱਕ ਪਰਟੀਕੂਲਰ ਸਟੈਂਪ ਲੱਗਦੀ ਆ। ਫਿਰ ਉਸ ਤੋਂ ਬਾਅਦ ਓਨਰ ਦੇ ਸਾਈਨ, ਜਾਣੀ ਕਿ ਪ੍ਰਿੰਸੀਪਲਸ ਜਾਂ ਜਿਹੜੇ ਉਹਨਾਂ ਦੇ ਬੋਰਡ ਆਫ ਡਾਇਰੈਕਟਰ ਹੁੰਦੇ ਆ ਉਹਨਾਂ ਦੇ ਸਾਈਨ ਹੁੰਦੇ ਆ। ਤਾਂ ਇਸ ਦਾ ਮਤਲਬ ਕੀ ਆ ਵੀ ਜਿਹੜੀ ਇੱਕ ਸਕੂਲ ਆ ਅਤੇ ਪ੍ਰਿੰਸੀਪਲ ਆ, ਇਹ ਦੋ ਡਿਫਰੈਂਟ ਚੀਜ਼ਾਂ ਨੇ। ਜੇਕਰ ਕਦੇ ਵੀ ਗੌਰਮੈਂਟ ਕੋਈ ਕੇਸ ਬਣਾਉਂਦੀ ਆ ਜਾਂ ਤੁਸੀਂ ਕਹਿ ਦਿਓ ਵੀ ਜੋ ਐਫੀਲੀਏਸ਼ਨ ਮਿਲਦੀ ਆ, ਜਿਵੇਂ ਕਿ ਸਕੂਲ ਅਪਗ੍ਰੇਡ ਹੋਵੇਗਾ, ਤਾਂ ਉਹ ਕਦੇ ਵੀ ਉਸ ਦੇ ਪ੍ਰਿੰਸੀਪਲ ਜਾਂ ਬੋਰਡ ਆਫ ਡਾਇਰੈਕਟਰ ਦਾ ਨੇਮ ਨਹੀਂ ਆਏਗਾ, ਉੱਥੇ ਸਿਰਫ ਆਏਗਾ ਸਕੂਲ ਦਾ ਨੇਮ। ਕਿਉਂ? ਕਿਉਂਕਿ ਸਕੂਲ ਡਿਫਰੈਂਟ ਆਈਡੈਂਟੀਟੀ ਆ, ਪ੍ਰਿੰਸੀਪਲ ਡਿਫਰੈਂਟ ਆ। ਪ੍ਰਿੰਸੀਪਲ ਉਹਦੀ ਚੀਜ਼ ਦੇ ਲਈ ਰਿਸਪੋਂਸੀਬਲ ਆ, ਉਸ ਚੀਜ਼ ਨੂੰ ਚਲਾਉਣ ਦੇ ਲਈ। ਤਾਂ ਇਹ ਗੱਲ ਤੁਸੀਂ ਹਮੇਸ਼ਾ ਯਾਦ ਰੱਖਣੀ ਆ। ਹੁਣ ਜੇਕਰ ਮੰਨ ਲਓ ਵੀ ਇੱਕ ਪ੍ਰਿੰਸੀਪਲ ਨੇ ਪੈਸੇ ਕਢਾਉਣੇ ਆ ਆਪਣੇ, ਜਾਂ ਕੀ ਆ ਬਿਲਡਿੰਗ ਸੇਲ ਆਊਟ ਕਰਨੀ ਆ, ਅਤੇ ਸੇਲ ਆਊਟ ਕਰਕੇ ਉਹ ਪੈਸਾ ਜਿਹੜਾ ਉਹਨੂੰ ਮਿਲਿਆ, ਉਹਨਾਂ ਨੇ ਕੀ ਆ ਆਪਣੇ ਪਰਸਨਲ ਯੂਜ਼ ਲਈ ਲਗਾ ਲਿਆ। ਜਿਵੇਂ ਕਿ ਉਹਨਾਂ ਨੇ ਆਪਣੀ ਪਰਸਨਲ ਕਾਰ ਲੈ ਲਈ, ਆਪਣੀ ਪਰਸਨਲ ਬਿਲਡਿੰਗ ਲੈ ਲਈ, ਤਾਂ ਉਹ ਉਹਦੀਆਂ ਕੀ ਬਣ ਗਿਆ, ਡਰਾਇੰਗ ਬਣ ਗਿਆ। ਉਹਦੀ ਪਰਸਨਲ ਯੂਜ਼ ਲਈ ਉਹਨੇ ਪੈਸਾ ਕਢਾ ਲਿਆ ਕੰਪਨੀ ਦੇ ਵਿੱਚੋਂ, ਅਤੇ ਉਹਨੂੰ ਆਪਣੇ ਲਈ ਉਹ ਯੂਜ਼ ਕਰ ਰਿਹਾ ਵਾ। ਤਾਂ ਇਹ ਚੀਜ਼ਾਂ ਕੀ ਨੇ, ਡਰਾਇੰਗਸ ਬਣ ਜਾਂਦੀਆਂ ਨੇ, ਜਿਹਦੇ ਨਾਲ ਕੀ ਹੁੰਦਾ, ਜਿਹੜੀ ਕੈਪੀਟਲ ਆ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ। ਵੀ ਜਾਣੀ ਕਿ ਜਿਹੜਾ ਅਸਲੀ ਪੈਸਾ ਸੀਗਾ ਓਨਰ ਦਾ, ਉਹਨੇ ਆਪਣਾ ਕੱਢਣਾ ਸ਼ੁਰੂ ਕਰ ਦਿੱਤਾ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਡਰਾਇੰਗ ਕਹਿ ਦਿੰਦੇ ਹਾਂ। ਡਰਾਇੰਗ ਦਾ ਮਤਲਬ ਕੀ ਹੈ, ਜੋ ਇੰਗਲਿਸ਼ ਦੇ ਵਿੱਚ ਦੇਖਿਆ ਜਾਵੇ, ਡਰਾਇੰਗਸ ਇਜ਼ ਰੈਫਰਸ ਟੂ ਦੀ ਐਕਟਸ ਆਫ ਟੂ ਦੀ ਵਿਦਡਰਾਇੰਗ ਕੈਸ਼ ਔਰ ਐਸੈਟਸ ਫਰੋਮ ਟੂ ਦੀ ਕੰਪਨੀ ਬਾਈ ਦੀ ਓਨਰਸ ਔਰ ਪਰਸਨਲ use, keep track of to the money you withdraw for the personal use easy by the debitor tools or bookkeeping software। ਵੀ ਡਰਾਇੰਗਸ ਕੀ ਹੁੰਦੀ ਆ, ਉਹ ਕੋਈ ਕੈਸ਼ ਦੇ ਰੂਪ ਦੇ ਵਿੱਚ ਜਾਂ ਕੋਈ ਐਸਟ ਕਢਾ ਲਵੇ ਕੰਪਨੀ ਦੀ ਓਨਰ, ਅਤੇ ਉਹਨੂੰ ਆਪਣੇ ਪਰਸਨਲ ਯੂਜ਼ ਦੇ ਲਈ ਯੂਜ਼ ਕਰ ਲਵੇ, ਤਾਂ ਉਹ ਕੀ ਬਣ ਜਾਂਦੀ ਆ, ਡਰਾਇੰਗ ਬਣ ਜਾਂਦੀ ਆ। ਇਹ ਕੀ ਹੁੰਦੀ ਆ, ਕੈਪੀਟਲ ਦੇ ਵਿੱਚੋਂ ਘਟ ਜਾਂਦੀ ਹੁੰਦੀ ਆ, ਵੀ ਉਹਨੇ ਆਪਣਾ ਪੈਸਾ ਕਢਾ ਲਿਆ। ਨੈਕਸਟ ਹੈਗਾ ਵਾ, ਆਈ ਹੋਪ ਤੁਹਾਨੂੰ ਇਹ ਸਾਰਾ ਕੁਝ ਸਮਝ ਆਇਆ ਹੋਵੇ ਡਰਾਇੰਗ ਦਾ ਫੰਡਾ। ਨੈਕਸਟ ਹੈਗਾ ਸਾਡਾ ਬਿਜ਼ਨਸ ਟ੍ਰਾਂਜੈਕਸ਼ਨ। ਬਿਜ਼ਨਸ ਟ੍ਰਾਂਜੈਕਸ਼ਨ ਕੀ ਹੁੰਦੀਆਂ ਨੇ? ਬਿਜ਼ਨਸ ਟ੍ਰਾਂਜੈਕਸ਼ਨ ਹੁੰਦੀਆਂ ਨੇ, ਆ ਬਿਜ਼ਨਸ ਟ੍ਰਾਂਜੈਕਸ਼ਨ is a activity or a event that can to be a measure in the terms of to the money and which affects to the financial or operational of to the business identity। ਬਿਜ਼ਨਸ ਟ੍ਰਾਂਜੈਕਸ਼ਨ ਕੀ ਹੁੰਦੀ ਆ? ਉਹ ਟ੍ਰਾਂਜੈਕਸ਼ਨ ਜਿਹਦੇ ਵਿੱਚ ਅਸੀਂ ਇਹ ਦੇਖਦੇ ਹਾਂ ਵੀ ਅਸੀਂ ਸਾਰੀ ਮਨੀ ਨੂੰ ਮੇਜਰ ਕਰਦੇ ਹਾਂ, ਉਹਦੀ ਫਾਈਨੈਂਸ਼ੀਅਲ ਪੋਜੀਸ਼ਨ ਨੂੰ ਮੇਜਰ ਕਰਦੇ ਹਾਂ, ਬਿਜ਼ਨਸ ਦੀ ਆਇਡੈਂਟੀਟੀ ਨੂੰ ਦੇਖਦੇ ਹਾਂ ਵੀ ਬਿਜ਼ਨਸ ਕਿੱਦਾਂ ਦਾ ਵਾ, ਬਿਜ਼ਨਸ ਦੇ ਵਿੱਚ ਕੀ ਚੱਲ ਰਿਹਾ ਵਾ, ਉਹ ਚੀਜ਼ਾਂ ਸਾਰੀਆਂ ਦੇਖੀਆਂ ਜਾਂਦੀਆਂ ਨੇ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਬਿਜ਼ਨਸ ਟ੍ਰਾਂਜੈਕਸ਼ਨ। ਇਹਦੇ ਵਿੱਚ ਅਸੀਂ ਕਿਹੜੀਆਂ ਚੀਜ਼ਾਂ ਕਰਦੇ ਹਾਂ? ਐਸਟ ਪਰਚੇਜ਼ ਕਰਦੇ ਹਾਂ, ਲਾਈਬਿਲਿਟੀ ਨੂੰ ਵਧਾਉਂਦੇ ਹਾਂ, ਜਾਂ ਕੈਪੀਟਲ ਨੂੰ ਇਨਕਰੀਜ਼ ਕਰਦੇ ਹਾਂ, ਜਾਂ ਇਨਕਮ ਜਾਂ ਐਕਸਪੈਂਸਿਸ ਨੂੰ ਵੀ ਇਨਕਰੀਜ਼ ਕਰਦੇ ਹਾਂ, ਤਾਂ ਉਹ ਬਿਜ਼ਨਸ ਟ੍ਰਾਂਜੈਕਸ਼ਨ ਦੇ ਵਿੱਚ ਆਉਂਦੀਆਂ ਨੇ। ਇਹਦੇ ਵਿੱਚ ਅਸੀਂ ਸਿਰਫ ਬਿਜ਼ਨਸ ਦੇ ਰਿਲੇਟਡ ਹੀ ਟ੍ਰਾਂਜੈਕਸ਼ਨ ਹੋਣਗੀਆਂ। ਜੇਕਰ ਕੋਈ ਓਨਰ ਆਪਣੀ ਕੋਈ ਪਰਸਨਲ ਚੀਜ਼ ਖਰੀਦਦਾ ਤਾਂ ਇਹਦੇ ਵਿੱਚ ਕੋਈ ਵੀ ਰਿਕਾਰਡ ਜਾਂ ਇਨਕਲੂਡ ਨਹੀਂ ਕੀਤੀ ਜਾਂਦੀ। ਨੈਕਸਟ ਹੈਗਾ ਡੈਬਿਟਰ। ਡੈਬਿਟਰ ਕੀ ਹੁੰਦਾ? ਉਹ ਬੰਦਾ ਵੀ ਜਿਹਨੂੰ ਅਸੀਂ ਕੋਈ ਵੀ ਚੀਜ਼ ਸੇਲ ਕੀਤੀ ਆ ਉਧਾਰ ਦੇ ਉੱਤੇ, ਯਾਨੀ ਕਿ ਅਸੀਂ ਉਹ ਤੋਂ ਕੀ ਆ, ਪੈਸੇ ਲੈਣੇ ਹੁੰਦੇ ਆ, ਉਹਨੂੰ ਕੀ ਕਿਹਾ ਜਾਂਦਾ? ਡੈਬਿਟਰ ਕਿਹਾ ਜਾਂਦਾ ਵਾ। ਇਹ ਬੰਦਾ ਉਹ ਹੁੰਦਾ ਜਿਹਨੇ ਸਾਡੇ ਪੈਸੇ ਪੇ ਕਰਨੇ ਹੁੰਦੇ ਆ। ਠੀਕ ਹੈ ਜੀ। ਤਾਂ ਦੇਖੋ, ਅ ਡੈਬਿਟਰ ਇਜ਼ ਅ ਪਰਸਨ ਔਰ enterprise that owns to the money to the another party। the party is whom to the money is honored might be a supplier, banker and other lender who has referred to as to the creditors। ਬਸ ਇਹਨੂੰ ਤੁਸੀਂ ਈਜ਼ੀਲੀ ਯਾਦ ਕਿਵੇਂ ਰੱਖ ਸਕਦੇ ਹੋ ਵੀ ਡੈਬਿਟਰ ਕੀ ਹੁੰਦਾ? ਉਹ ਬੰਦਾ ਹੁੰਦਾ ਵਾ ਵੀ ਜਿਹਨੇ ਕਿਸੇ ਦੇ ਪੈਸੇ ਦੇਣੇ ਹੁੰਦੇ ਆ, ਕਿਉਂਕਿ ਉਹਨੇ ਕੀ ਆ, ਉਧਾਰ ਦੇ ਉੱਤੇ ਉਹ ਚੀਜ਼ ਖਰੀਦੀ ਹੁੰਦੀ ਆ, ਤਾਂ ਇਸ ਕਰਕੇ ਉਹਨੂੰ ਉਹ ਪੈਸੇ ਪੇ ਕਰਨੇ ਪੈਂਦੇ ਆ ਅਖੀਰ ਦੇ ਵਿੱਚ, ਵੀ ਤਾਂ ਜੋ ਉਹ ਕੀ ਆ, ਉਸ ਚੀਜ਼ ਨੂੰ ਕੰਪਲੀਟ ਕਰ ਸਕੇ। ਨੈਕਸਟ ਹੈ ਟਰਮੀਨੋਲੋਜੀ ਦੇ ਵਿੱਚ ਕ੍ਰੈਡੀਟਰ। ਕ੍ਰੈਡੀਟਰ ਕੀ ਹੁੰਦਾ? ਉਹ ਪਰਸਨ, ਉਹ ਪਾਰਟੀ ਜਾਂ ਕੋਈ ਆਰਗੇਨਾਈਜੇਸ਼ਨ ਹੋ ਸਕਦੀ ਹੈ, ਕੋਈ ਪਰਸਨ ਹੋ ਸਕਦਾ, ਜਾਂ ਕੰਪਨੀ ਹੋ ਸਕਦੀ, ਜਾਂ ਗੌਰਮੈਂਟ ਹੋ ਸਕਦੀ ਆ, ਜਿਹਨੇ ਕਿ ਇੱਕ ਸਰਵਿਸ ਦਿੱਤੀ ਹੈ, ਕਿਸੇ ਦਾ ਕੋਈ ਕੰਮ ਕੀਤਾ ਵਾ ਸੈਕਿੰਡ ਪਾਰਟੀ ਦਾ, ਅਤੇ ਉਹ ਪਰਸਨ ਨੇ ਉਹਨੂੰ ਕੀ ਆ, ਪੈਸੇ ਦੇਣੇ ਆ, ਤਾਂ ਉਹਨੂੰ ਅਸੀਂ ਕੀ ਕਹਿੰਦੇ ਹਾਂ? ਕ੍ਰੈਡੀਟਰ ਕਹਿੰਦੇ ਹਾਂ। ਜਿਵੇਂ ਕਿ ਮੈਂ ਕੀ ਆ, ਕਿਸੇ ਬੰਦੇ ਤੋਂ ਕੋਈ ਉਧਾਰ ਦੇ ਉੱਤੇ ਚੀਜ਼ ਲੈ ਆਇਆ, ਤਾਂ ਮੈਂ ਉਸ ਬੰਦੇ ਦਾ ਕੀ ਆ, ਕ੍ਰੈਡੀਟਰ ਹਾਂ, ਵੀ ਮੈਂ ਉਸ ਬੰਦੇ ਨੂੰ ਪੈਸੇ ਪੇ ਕਰੂੰਗਾ। ਮੈਂ ਆਪਣੀ ਕਿਤਾਬ ਦੇ ਵਿੱਚ ਆਪਣਾ ਨਾਮ ਨਹੀਂ ਲਿਖੂੰਗਾ। ਜਿਵੇਂ ਹੁਣ ਮੈਂ ਉਧਾਰ ਕਿਸੇ ਦੇ ਪੈਸੇ ਦੇਣੇ ਆ, ਤਾਂ ਮੈਂ ਆਪਣਾ ਨਾਮ ਨਹੀਂ ਲਿਖਦਾ, ਮੈਂ ਦੂਸਰੇ ਪਰਸਨ ਦਾ ਲਿਖ ਦਿੰਦਾ ਵੀ ਮੈਂ ਆਹ ਬੰਦੇ ਨੂੰ ਇੰਨੇ ਪੈਸੇ ਦੇਣੇ ਆ, ਤਾਂ ਉਹ ਬੰਦਾ ਕੀ ਬਣ ਜਾਂਦਾ? ਕ੍ਰੈਡੀਟਰ ਬਣ ਜਾਂਦਾ। ਡੈਬਿਟਰ ਕੀ ਹੁੰਦਾ? ਵੀ ਜਿਹਨੇ ਪੈਸੇ ਲੈਣੇ ਹੁੰਦੇ, ਜਿਹਨੇ ਉਧਾਰ ਦੇ ਉੱਤੇ ਸੇਲ ਕੀਤੀ ਹੁੰਦੀ ਆ, ਅਤੇ ਕ੍ਰੈਡੀਟਰ ਕੌਣ ਹੁੰਦਾ? ਜਿਹਦੇ ਉਧਾਰ ਦੇ ਉੱਤੇ ਪਰਚੇਜ਼ ਕੀਤੀ ਹੁੰਦੀ ਆ। ਠੀਕ ਹੈ ਜੀ, ਇਹ ਤੁਹਾਨੂੰ ਸਮਝ ਆ ਗਿਆ ਹੋਊਗਾ ਆਈ ਹੋਪ। ਨੈਕਸਟ ਹੈਗਾ ਇਹਦੀ ਐਗਜ਼ਾਮਪਲ ਦੇਖ ਲੈਂਦੇ ਹਾਂ ਫਿਰ ਵੀ ਡੈਬਿਟਰ ਅਤੇ ਕ੍ਰੈਡੀਟਰ ਦੀ। ਦੇਖੋ, ਅਜ਼ਿਊਮ ਟੂ ਦੀ ਕੰਪਨੀ ਇਜ਼ ਬੋਰੋਜ਼ ਦੀ ਮਨੀ ਫਰੋਮ ਟੂ ਦੀ ਇਟਸ ਬੈਂਕ। ਵੀ ਇੱਕ ਕੰਪਨੀ ਨੇ ਕੀ ਆ, ਬੈਂਕ ਤੋਂ ਉਧਾਰ ਪੈਸੇ ਲਏ। ਅ ਕੰਪਨੀ ਇਜ਼ ਦੀ ਡੈਬਿਟਰ। ਹੁਣ ਜਿਹੜੀ ਕੰਪਨੀ ਆ ਉਹ ਡੈਬਿਟਰ ਆ। ਡੈਬਿਟਰ ਕਿਉਂ ਆ? ਕਿਉਂਕਿ ਉਹਨੇ ਪੈਸੇ ਉਹ ਲਏ ਨੇ
ਬੈਂਕ ਤੋਂ, ਐਂਡ ਦੀ ਬੈਂਕ ਇਜ਼ ਕ੍ਰੈਡੀਟਰ, ਵੀ ਬੈਂਕ ਕ੍ਰੈਡੀਟਰ ਆ ਉਹਦਾ, ਵੀ ਜਾਣੀ ਕਿ ਉਹਨੇ ਉਹਨੂੰ ਪੈਸੇ ਵਾਪਸ ਕਰਨੇ ਆ। ਇਫ ਇਜ਼ ਦੀ ਮੈਨੂਫੈਕਚਰਰ ਸੇਲਸ ਟੂ ਦੀ ਮਰਚੈਂਟਾਈਲ ਟੂ ਦੀ ਰਿਟੇਲਰ ਵਿਦ ਦੀ ਟਰਮਸ ਆਫ ਟੂ ਦੀ ਨੈਟ 30 days ਦੀ ਮੈਨੂਫੈਕਚਰਰ ਇਜ਼ ਅ ਕ੍ਰੈਡੀਟਰ ਐਂਡ ਰਿਟੇਲਰ ਇਜ਼ ਅ ਡੈਬਿਟਰ। ਹੁਣ ਜਿਹੜਾ ਮੈਨੂਫੈਕਚਰਰ ਆ ਉਹਨੇ ਕੀ ਆ, ਚੀਜ਼ ਬਣਾਈ, ਅਤੇ ਚੀਜ਼ ਬਣਾਉਣ ਤੋਂ ਬਾਅਦ ਉਹਨੇ ਉਹ ਚੀਜ਼ ਸੇਲ ਕਰਤੀ ਕਿਹਨੂੰ, ਰਿਟੇਲਰ ਨੂੰ, ਤਾਂ ਰਿਟੇਲਰ ਉਹਦਾ ਕੀ ਆ, ਡੈਬਿਟਰ ਆ, ਅਤੇ ਰਿਟੇਲਰ ਲਈ ਜਿਹੜਾ ਮੈਨੂਫੈਕਚਰਰ ਆ ਉਹ ਕੀ ਆ, ਕ੍ਰੈਡੀਟਰ ਆ, ਕਿਉਂਕਿ ਉਹਨੇ ਉਹਦੇ ਪੈਸੇ ਦੇਣੇ ਆ, ਕਿਉਂਕਿ ਉਹਨੇ ਉਹਨੂੰ ਕੀ ਕੀਤੀ ਆ, ਸੇਲ ਕੀਤੀ ਆ। ਆਈ ਹੋਪ ਤੁਹਾਨੂੰ ਇਹ ਐਗਜ਼ਾਮਪਲ ਵੀ ਨਾਲ ਵੀ ਕਲੀਅਰ ਹੋ ਗਿਆ ਹੋਊਗਾ। ਨੈਕਸਟ ਟਰਮੀਨੋਲੋਜੀ ਦੇ ਵਿੱਚ ਪੁਆਇੰਟ ਹੈ ਸਾਡਾ ਅਕਾਊਂਟ ਰਿਸੀਵੇਬਲ। ਅਕਾਊਂਟ ਰਿਸੀਵੇਬਲ ਦਾ ਮਤਲਬ ਕੀ ਹੁੰਦਾ, ਵੀ ਜਿਹੜੀਆਂ ਸਾਡੀਆਂ ਪੇਮੈਂਟਾਂ ਰੁਕੀਆਂ ਹੋਈਆਂ ਸੀ ਸਾਡੇ ਕਸਟਮਰ ਕੰਨੀ, ਉਹ ਕੀ ਆ, ਉਹ ਤੋਂ ਵਾਪਸ ਲੈਣੀ, ਜਾਂ ਉਹਦੇ ਵਿੱਚ ਜਿਹੜੇ ਪੈਸੇ ਨੇ ਉਹ ਸਾਨੂੰ ਮਿਲ ਜਾਣੇ, ਉਹਨੂੰ ਅਸੀਂ ਕਹਿੰਦੇ ਹਾਂ ਅਕਾਊਂਟ ਰਿਸੀਵੇਬਲ ਕਹਿ ਦਿੰਦੇ ਹਾਂ। ਇਹ ਕੀ ਹੁੰਦੀ ਆ, ਸਾਡੀ ਕਰੰਟ ਐਸਟ ਹੁੰਦੀ ਆ। ਹੁਣ ਕਰੰਟ ਐਸਟ ਮੈਂ ਤੁਹਾਨੂੰ ਦੱਸਿਆ ਸੀ, ਕਰੰਟ ਐਸਟ ਕਿਹੜੀ ਹੁੰਦੀ ਆ, ਵੀ ਜਿਹੜੀ 1 ਸਾਲ ਤੋਂ ਘੱਟ ਜਿਹੜੀਆਂ ਚੀਜ਼ਾਂ ਈਜ਼ੀਲੀ ਕੈਸ਼ ਦੇ ਵਿੱਚ ਕਨਵਰਟ ਹੋ ਜਾਂਦੀਆਂ ਨੇ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਕਰੰਟ ਐਸਟ ਕਹਿੰਦੇ ਆ। ਹੁਣ ਇਹਨੂੰ ਦੇਖੋ, ਦੀ ਅਕਾਊਂਟ ਰਿਸੀਵੇਬਲ ਇਜ਼ ਟੂ ਦੀ ਪ੍ਰੋਸੀਡ ਔਰ ਅ ਪੇਮੈਂਟ ਵਿਚ ਇਜ਼ ਦੀ ਕੰਪਨੀ ਵਿਲ ਬੀ ਆ ਰਿਸੀਵਡ ਫਰੋਮ ਇਟਸ ਕਸਟਮਰ who has to produce it goods and services on credit. The account receivable are to treated as to the current asset on the balance sheet। ਹੁਣ ਇਹ balance sheet ਦੇ ਵਿੱਚ current asset ਦੇ ਸਾਈਡ ਡੀਲ ਹੁੰਦੀ ਆ, ਅਤੇ ਕਸਟਮਰ ਤੋਂ ਅਸੀਂ ਪੈਸੇ ਜਿਹੜੇ ਲੈਣੇ ਹੁੰਦੇ ਆ ਉਹਨੂੰ ਅਸੀਂ ਕਹਿੰਦੇ ਆ ਅਕਾਊਂਟ ਰਿਸੀਵੇਬਲ। ਅੱਗੇ ਆ ਗਿਆ ਅਕਾਊਂਟ ਪੇਬਲ, ਉਹ ਇੰਟਰਲੇਟਰ ਆ, ਜਾਣੀ ਕਿ ਇਹਦਾ ਉਲਟ ਹੋਏਗਾ। ਬਿਲ ਪੇਬਲ ਕਿਹੜਾ ਹੋਏਗਾ, ਸੌਰੀ ਅਕਾਊਂਟ ਪੇਬਲ ਕਿਹੜਾ ਹੋਏਗਾ, ਉਹ ਜਿਹੜੇ, ਜਿਵੇਂ ਕਿ ਮੈਂ ਬਿਜ਼ਨਸ ਚਲਾ ਰਿਹਾ, ਬਿਜ਼ਨਸਮੈਨ ਨੇ ਕੀ ਆ, ਇੱਕ ਸਪਲਾਇਰ ਤੋਂ ਕੋਈ ਚੀਜ਼ ਖਰੀਦੀ, ਤਾਂ ਹੁਣ ਉਹਦੀ ਦੇਣਦਾਰੀ ਬਣ ਗਈ, ਤਾਂ ਉਹ ਕਿੱਧਰਲੀ ਸ਼ੋ ਹੋਏਗੀ, ਲਾਇਬਿਲਿਟੀ ਸਾਈਡ ਸ਼ੋ ਹੋਏਗੀ ਬੈਲੈਂਸ ਸ਼ੀਟ ਦੇ ਵਿੱਚ। ਬੈਲੈਂਸ ਸ਼ੀਟ ਇੱਕ ਇੰਪੋਰਟੈਂਟ ਚੀਜ਼ ਹੈ, ਇਹਦੇ ਯਾਦ ਰੱਖਣਾ। ਰਾਈਟ ਹੈਂਡ ਸਾਈਡ ਸਾਡਾ ਕੀ ਹੁੰਦਾ ਵਾ, ਲਾਇਬਿਲਿਟੀ ਹੁੰਦੀ ਆ, ਅਤੇ ਲੈਫਟ ਹੈਂਡ ਸਾਈਡ ਕੀ ਹੁੰਦੀ ਆ, ਸਾਡੀਆਂ ਐਸਟਸ ਹੁੰਦੀਆਂ ਨੇ। ਤਾਂ ਜਿਹੜੀ ਲਾਇਬਿਲਿਟੀ ਹੁੰਦੀ ਆ ਉਹਦਾ ਮਤਲਬ ਕੀ ਹੁੰਦਾ, ਅਸੀਂ ਪੈਸੇ ਦੇਣੇ ਆ ਕਿਸੇ ਦੇ, ਅਤੇ ਐਸਟ ਦਾ ਮਤਲਬ ਵੀ ਜਿੱਥੋਂ ਸਾਡੇ ਪੈਸੇ ਆਉਣੇ ਆ ਜਾਂ ਸਾਡੀ ਆਪਦੀਆਂ ਸੰਪਤੀਆਂ। ਤਾਂ ਇਹ ਜਿਹੜਾ ਬਿਲ ਪੇਬਲ ਆ, ਅਸੀਂ ਜਿਹੜੇ ਤੋਂ ਅਸੀਂ ਕ੍ਰੈਡਿਟ ਪਰਚੇਸ ਕੀਤੀ ਹੋਊ, ਜਾਣੀ ਉਧਾਰ ਦੇ ਉੱਤੇ ਪਰਚੇਸ ਕੀਤਾ ਹੋਊ, ਉਹਨੂੰ ਕ੍ਰੈਡਿਟ ਕਿਹਾ ਜਾਂਦਾ ਵਾ ਅਕਾਊਂਟਿੰਗ ਟਰਮ ਦੇ ਵਿੱਚ। ਤਾਂ ਜਿੱਥੋਂ ਅਸੀਂ ਉਧਾਰ ਦੇ ਉੱਤੇ ਕੋਈ ਚੀਜ਼ ਲਈ ਹੋਊ, ਤਾਂ ਉਹ ਕੀ ਆ, ਸਾਡੀ ਲਾਇਬਿਲਿਟੀ ਸਾਈਡ ਸ਼ੋ ਹੋਊਗੀ, ਅਤੇ ਅਸੀਂ ਉਹਦੇ ਪੈਸੇ ਪੇ ਕਰਨੇ ਆ, ਅਸੀਂ ਲੀਗਲੀ ਰਿਸਪੋਂਸੀਬਲ ਆ ਉਹਨੂੰ ਪੇ ਕਰਨ ਲਈ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਨੈਕਸਟ ਹੁਣ ਅਸੀਂ ਦੇਖਦੇ ਹਾਂ ਅਕਾਊਂਟਿੰਗ ਟਰਮੀਨੋਲੋਜੀ ਦੇ ਵਿੱਚ 9th ਅਤੇ 10th ਪਾਰਟ, ਡੈਬਿਟ ਐਂਡ ਕ੍ਰੈਡਿਟ। ਹੁਣ ਡੈਬਿਟ ਕ੍ਰੈਡਿਟ ਕੀ ਹੁੰਦਾ ਵਾ, ਡੈਬਿਟ ਕ੍ਰੈਡਿਟ ਜਿਹੜੇ ਹੁੰਦੇ ਆ ਆਰ ਇਕੁਅਲ ਬਟ ਆਪੋਜ਼ਿਟ ਐਂਟਰੀ ਆਫ ਟੂ ਇਨ ਯੂਅਰ ਬੁੱਕਸ। ਇਫ ਦੇਅਰ ਡੈਬਿਟ increase an account, so you will be a decrease their opposite account with their credit. So the debit entries is made to the left side of to the account, and either their increase in assets and expense or decrease in equity and liabilities or revenues। ਡੈਬਿਟ ਅਤੇ ਕ੍ਰੈਡਿਟ ਇਹ ਅਸੀਂ ਹੁਣ ਬਹੁਤ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਸਾਡੇ ਐਂਟਰੀਜ਼ ਦੇ ਵਿੱਚ ਕੰਮ ਆਉਣਗੀਆਂ, ਜਾਣੀ ਕਿ ਜਿਹੜਾ ਬੇਸਿਕ ਅਕਾਊਂਟੈਂਸੀ ਦਾ ਵਾ ਉਹ ਸ਼ੁਰੂ ਡੈਬਿਟ ਕ੍ਰੈਡਿਟ ਤੋਂ ਹੁੰਦਾ। ਹੁਣ ਡੈਬਿਟ ਅਤੇ ਕ੍ਰੈਡਿਟ ਇਹ ਇੱਦਾਂ ਮੰਨ ਸਕਦੇ ਹੋ ਵੀ ਇੱਕ ਸਿੱਕੇ ਦੇ ਦੋ ਪਹਿਲੂ ਨੇ, ਦੀ ਆ ਵਨ ਕੋਇਨਸ ਹੈਵ ਟੂ ਸਾਈਡਸ, ਬਟ ਇਹ ਕੀ ਨੇ, ਦੋ ਹੀ ਇਕੁਅਲ ਨੇ ਵੈਲਿਊਜ਼। ਵੀ ਜਿੰਨੇ ਰੁਪਏ ਨਾਲ ਤੁਸੀਂ ਕਿਸੇ ਚੀਜ਼ ਨੂੰ ਡੈਬਿਟ ਕਰੋਗੇ, ਮੰਨ ਲਓ ਵੀ ਤੁਸੀਂ ਕੋਈ ਚੀਜ਼ ਖਰੀਦੀ, ਤਾਂ ਖਰੀਦਣ ਦੀ ਐਂਟਰੀ ਕੀ ਪੈਂਦੀ ਹੁੰਦੀ ਹੈ ਜਰਨਲ ਦੇ ਵਿੱਚ, ਮੈਂ ਤੁਹਾਨੂੰ ਦੱਸ ਰਿਹਾ ਹਾਂ। ਉਹਦੀ ਐਂਟਰੀ ਹੁੰਦੀ ਆ, ਮੰਨ ਲਓ ਵੀ ਮੈਂ ਕੀ ਆ, ਇੱਕ ਕਾਰ ਖਰੀਦੀ, ਤਾਂ ਮੈਂ ਕੀ ਲਿਖੂੰਗਾ, ਕਾਰ ਅਕਾਊਂਟ ਡੈਬਿਟ ਟੂ ਕੈਸ਼। ਹੁਣ ਮੈਂ ਕੈਸ਼ ਨੂੰ ਕੀ ਕੀਤਾ, ਕ੍ਰੈਡਿਟ ਕੀਤਾ। ਟੂ ਦਾ ਮਤਲਬ ਹੁੰਦਾ ਕ੍ਰੈਡਿਟ, ਅਤੇ ਕਾਰ ਨੂੰ ਡੈਬਿਟ ਕੀਤਾ। ਕਾਰ ਮੇਰੀ ਕੀ ਆ, ਇੰਨੇ ਪੈਸੇ ਨਾਲ ਉਹ ਵੱਧ ਗਈ, ਅਤੇ ਇਹਦਾ ਆਪੋਜ਼ਿਟ ਐਂਟਰੀ ਕੀ ਪਾਈ, ਕੈਸ਼ ਦੇ ਨਾਲ, ਵੀ ਮੇਰਾ ਕੈਸ਼ ਇੰਨਾ ਘਟ ਗਿਆ। ਜਾਣੀ ਕਿ ਕੀ ਹੋਏਗਾ, ਜੇਕਰ ਤੁਹਾਡੀ ਕੋਈ ਇੱਕ ਚੀਜ਼ ਡੈਬਿਟ ਹੋਏਗੀ, ਜਿਹੜੀ ਚੀਜ਼ ਇਨਕਰੀਜ਼ ਹੋਈ, ਤਾਂ ਉਹਦਾ ਦੂਸਰਾ ਇੰਪੈਕਟ ਦੂਜੀ ਚੀਜ਼ ਦੇ ਉੱਤੇ ਜ਼ਰੂਰ ਪਏਗਾ, ਉਹ ਚੀਜ਼ ਘਟ ਜਾਏਗੀ। ਕਿਉਂਕਿ ਅਕਾਊਂਟਿੰਗ ਦੇ ਵਿੱਚ ਅਸੀਂ ਦੋ ਚੀਜ਼ਾਂ ਨੂੰ ਕੰਸੀਡਰ ਕਰਕੇ ਚੱਲਦੇ ਹਾਂ। ਇੱਕ ਐਂਟਰੀ ਦੇ ਵਿੱਚ ਦੋ ਚੀਜ਼ਾਂ ਜ਼ਰੂਰ ਪੈਂਦੀਆਂ ਨੇ, ਯਾਦ ਰੱਖਣਾ ਵਾ ਤੁਸੀਂ, ਕਿਉਂਕਿ ਅੱਗੇ ਕਰਾਂਗੇ ਫਿਰ ਤੁਹਾਨੂੰ ਹੋਰ ਵੀ ਚੀਜ਼ਾਂ ਕਲੀਅਰ ਹੁੰਦੀਆਂ ਜਾਣਗੀਆਂ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਵੇਗਾ। ਲਾਸਟ ਆਫ ਦਿਸ ਸੈਸ਼ਨ ਇਜ਼ ਪੁਆਇੰਟ ਇਜ਼ 10th ਗੁੱਡ। ਗੁੱਡਸ ਕੀ ਹੁੰਦੀਆਂ ਨੇ, ਗੁੱਡਸ ਦ ਥਿੰਗਸ ਵਿਚ ਹੈਜ਼ ਬੀਨ ਬਾਊਟ ਐਂਡ ਸੇਲ ਬਾਈ ਦੀ ਬਿਜ਼ਨਸ ਆਰ called goods in the accounting when the goods are to the purchase it in the return purchase when the goods sold is a return as a sales। ਵੀ ਗੁੱਡਸ ਕੀ ਹੁੰਦੀਆਂ ਨੇ, ਚੀਜ਼ਾਂ। ਇਹਦੇ ਵਿੱਚ ਗੁੱਡਸ ਦੇ ਵਿੱਚ ਕੋਈ ਵੀ ਚੀਜ਼ਾਂ ਆ ਸਕਦੀਆਂ, ਕਿਉਂਕਿ ਹੁਣ ਜਿਹੜੇ ਬਿਜ਼ਨਸ ਹੁੰਦੇ ਆ ਉਹ ਡਿਫਰੈਂਟ ਤਰ੍ਹਾਂ ਦੇ ਹੁੰਦੇ ਆ। ਜਿਵੇਂ ਹੁਣ ਮੇਰਾ ਸ਼ੂਜ਼ ਦਾ ਬਿਜ਼ਨਸ ਦਾ, ਮੇਰੇ ਸ਼ੂਜ਼ ਮੇਰੀਆਂ ਗੁੱਡਸ ਬਣ ਜਾਣਗੀਆਂ। ਜੇਕਰ ਮੇਰਾ ਵਾਟਰ ਮਿਨਰਲਸ ਦਾ ਵਾ, ਤਾਂ ਮੇਰਾ ਵਾਟਰ ਜਿਹੜਾ ਵਾ ਉਹ ਗੁੱਡਸ ਬਣ ਜਾਣਗੀਆਂ। ਜੇਕਰ ਮੇਰੇ ਗਾਰਮੈਂਟਸ ਦਾ ਵਾ, ਤਾਂ ਜਿਹੜੇ ਕਲੋਥਸ ਨੇ ਉਹ ਮੇਰੇ ਕੀ ਨੇ, ਗੁੱਡਸ ਬਣ ਜਾਣਗੀਆਂ। ਤਾਂ ਗੁੱਡਸ ਵੇਰੀ ਕਰਦੀਆਂ ਨੇ ਜਿਸ ਤਰ੍ਹਾਂ ਦਾ ਬਿਜ਼ਨਸ ਹੋਊਗਾ। ਗੁੱਡਸ ਹੁੰਦਾ ਕੀ ਆ, ਇਹਨੂੰ ਅਸੀਂ ਖਰੀਦਦੇ ਹਾਂ ਅਤੇ ਵੇਚਦੇ ਹਾਂ, ਅਤੇ ਬਿਜ਼ਨਸ ਦੇ ਵਿੱਚ ਅਸੀਂ ਉਹਨੂੰ ਗੁੱਡਸ ਕਹਿੰਦੇ ਹਾਂ। ਅਕਾਊਂਟਿੰਗ ਟਰਮ ਦੇ ਵਿੱਚ ਜੇਕਰ ਤੁਸੀਂ ਗੁੱਡਸ ਖਰੀਦੀਆਂ ਤਾਂ ਉਹਨੂੰ ਅਸੀਂ ਪਰਚੇਸ ਕਹਿ ਦਿੰਦੇ ਹਾਂ,
ਅਤੇ ਜੇਕਰ ਤੁਸੀਂ ਉਸ ਚੀਜ਼ਾਂ ਨੂੰ ਵੇਚੀਆਂ ਤਾਂ ਉਹ ਕੀ ਬਣ ਜਾਣਗੀਆਂ, ਸੇਲਸ ਬਣ ਜਾਣਗੀਆਂ। ਇਹ ਸੀਗਾ ਅੱਜ ਦਾ ਸੈਸ਼ਨ ਜਿਹਦੇ ਵਿੱਚ ਅਸੀਂ ਗੱਲ ਕੀਤੀ ਅਕਾਊਂਟਿੰਗ ਟਰਮਨੋਲੋਜੀ ਦੀ ਅਤੇ ਡੈਬਿਟ ਕ੍ਰੈਡਿਟ ਅਤੇ ਇਹਦੇ 10 ਜਿਹੜੇ ਮੇਨ ਪੁਆਇੰਟਸ ਸੀਗੇ ਉਹਨਾਂ ਦੇ ਬਾਰੇ ਡਿਸਕਸ ਕੀਤੀ। ਆਈ ਹੋਪ ਤੁਹਾਨੂੰ ਇਹ ਜ਼ਿਆਦਾ ਪਸੰਦ ਆਇਆ ਹੋਵੇਗਾ ਮੇਰਾ ਸੈਸ਼ਨ, ਅਤੇ ਅਸੀਂ ਇਹਦੇ ਵਿੱਚ ਜਿਹੜੀਆਂ ਮੇਨ ਗੱਲਾਂ ਸੀਗੀਆਂ ਉਹਦੇ ਬਾਰੇ ਵੀ ਗੱਲ ਕੀਤੀ। ਜੇਕਰ ਤੁਹਾਨੂੰ ਮੇਰਾ ਚੈਨਲ ਵਧੀਆ ਲੱਗਿਆ ਅਤੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਕਰੋ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਜਸਟ ਡੂ ਇਟ ਫॉर ਅ ਬ੍ਰਾਈਟ ਫਿਊਚਰ, ਤਾਂ ਜੋ ਤੁਹਾਨੂੰ ਨਵੀਆਂ ਅਪਡੇਸ਼ਨਾਂ ਇਹਦੇ ਵਿੱਚ ਮਿਲ ਸਕਣ, ਤਾਂ ਜੋ ਤੁਸੀਂ ਇਸ ਚੀਜ਼ ਨੂੰ ਈਜ਼ੀਲੀ ਕੈਰੀ ਵੀ ਕਰ ਸਕੋ। ਲਾਸਟ ਦੇ ਵਿੱਚ ਇਹੀ ਕਹਾਂਗਾ ਵੀ ਜਿੰਨੇ ਵੀ ਮੈਂ ਤੁਹਾਨੂੰ ਪੁਆਇੰਟ ਦੱਸੇ ਨੇ ਇਹ ਤੁਸੀਂ ਕਾਪੀ ਦੇ ਵਿੱਚ ਆਪਣੀ ਲੈਂਗੁਏਜ ਦੇ ਵਿੱਚ ਵੀ ਲਿਖ ਸਕਦੇ ਹੋ, ਜਾਂ ਐਜ਼ ਇਟ ਇਜ਼ ਇਹਨੂੰ ਦੇਖ ਕੇ ਵੀ ਤੁਸੀਂ ਇਹਨਾਂ ਨੂੰ ਲਿਖ ਸਕਦੇ ਹੋ। ਕੋਈ ਵੀ ਪ੍ਰੋਬਲਮ ਰਾਈਜ਼ ਹੁੰਦੀ ਆ ਤਾਂ ਪਲੀਜ਼ ਮੇਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।